ਪੰਜਾਬ ਦੇ ਵਿੱਚ ਇਸ ਵਾਰ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕਿਉਂਕਿ ਕਿਸਾਨ ਆਪਣਾ ਤਰਕ ਦੇ ਰਹੇ ਨੇ ਕਿ ਸਰਕਾਰ ਨੇ ਪਿਛਲੇ ਕਈ ਵਰ੍ਹਿਆਂ ਦੇ ਵਿੱਚ ਸਿਰਫ ਪਰਾਲੀ ਨੂੰ ਅੱਗ ਲਗਾਉਣ ਦਾ ਕੋਈ ਹੱਲ ਨਹੀਂ ਕੱਢਿਆ, ਜਦਕਿ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਵੱਡੀ ਮਸ਼ੀਨਰੀ ਜਿਸ ਦੇ ਨਾਲ ਪਰਾਲੀ ਨੂੰ ਖੇਤਾਂ ਦੇ ਵਿੱਚ ਨਸ਼ਟ ਕੀਤਾ ਜਾ ਸਕਦਾ ਹੈ ਉਸ ਨੂੰ ਕਿਸਾਨਾਂ ਨੂੰ ਸਬਸਿਡੀ ਦੇ ਉੱਪਰ ਦਿੱਤੀ ਹੈ। ਪਰ ਕਿਸਾਨ ਕਹਿ ਰਹੇ ਨੇ ਕੋਈ ਸਬਸਿਡੀ ਦੇ ਉੱਪਰ ਜਿੰਨੀ ਮਸ਼ੀਨਰੀ ਦਿੱਤੀ ਗਈ ਆ ਉਹ ਉਹਨਾਂ ਤੱਕ ਨਹੀਂ ਪਹੁੰਚੀ, ਤਾਂ ਕਿਸਾਨ ਸਿੱਧਾ ਜਿਹੜੀ ਮੰਗ ਕਰ ਰਹੇ ਨੇ ਕਿ ਸਿਰਫ 6000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਕਿਸਾਨ ਨੂੰ ਦਿੱਤਾ ਜਾਵੇ, ਜਿਸ ਦੇ ਨਾਲ ਉਹ ਆਪਣੇ ਖੇਤਾਂ ਦੇ ਵਿੱਚ ਜਿਹੜੀ ਇਸ ਪਰਾਲੀ ਨੂੰ ਬਾਹਰ ਕੱਢ ਕੇ ਕਿਸੇ ਹੋਰ ਜਗ੍ਹਾ ਸਟੋਰ ਕਰ ਸਕਦੇ ਨੇ ਤੇ ਉਹ ਜਗ੍ਹਾ ਵੀ ਸਰਕਾਰ ਜਿਹੜੀ ਨਿਰਧਾਰਿਤ ਕਰੇ। ਪਰ ਲੇਕਿਨ ਮਹਿੰਗਾ ਖਰਚ ਕਰਕੇ ਐਡਵਰਟਾਈਜ਼ਮੈਂਟ ਤਾਂ ਜ਼ਰੂਰ ਦੇ ਰਹੀ ਹੈ ਪਰ ਕਿਸਾਨਾਂ ਨੂੰ ਕੋਈ ਬਦਲ ਨਹੀਂ ਦੇ ਰਿਹਾ, ਜਿਸ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਸਰੂਰ ਦੇ ਖੇਤਾਂ ਦੇ ਵਿੱਚ ਇਸ ਸਮੇਂ ਜਿਹੜੀ ਵੱਡੇ ਪੱਧਰ ਦੇ ਉੱਪਰ ਪਰਾਲੀ ਨੂੰ ਜਿਹੜੀ ਅੱਗ ਲਗਾਉਣਾ ਕਿਸਾਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕੁਝ ਦਿਨਾਂ ਬਾਅਦ ਜਿਹੜੀ ਇਹਨਾਂ ਖੇਤਾਂ ਦੇ ਵਿੱਚ ਜਿਹੜੀ ਕਣਕ ਦੀ ਜਿਹੜੀ ਬਿਜਾਈ ਹੈ ਜਿਹੜੀ ਉਹ ਕਰਨੀ ਹੈਗੀ। ਅਗਰ ਸਮੇਂ ਸਿਰ ਬਿਜਾਈ ਨਹੀਂ ਹੋਏਗੀ ਤਾਂ ਅੱਗੇ ਜਾ ਕੇ ਕਣਕ ਦੇ ਝਾੜ ਦੇ ਉੱਪਰ ਕਾਫੀ ਅਸਰ ਪੈਂਦਾ। ਨਾਲ ਦੀ ਨਾਲ ਪ੍ਰਸ਼ਾਸਨ ਲਗਾਤਾਰ ਜਿਹੜਾ ਕਿਸਾਨਾਂ ਦੇ ਉੱਪਰ ਕਾਰਵਾਈ ਵੀ ਕਰ ਰਿਹਾ। ਇਸ ਸਮੇਂ ਸੰਗਰੂਰ ਦੇ ਵਿੱਚ 100 ਤੋਂ ਵੱਧ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ, ਜਿਸ ਦੇ ਵਿੱਚ 11 ਕਿਸਾਨਾਂ ਦੇ ਚਲਾਨ ਕੱਟੇ ਗਏ ਨੇ ਤੇ 35000 ਦੇ ਕਰੀਬ ਜਿਹੜਾ ਜੁਰਮਾਨਾ ਕੀਤਾ ਗਿਆ। ਅਗਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਈਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ 14000 ਦੇ ਕਰੀਬ ਜਿਹੜੇ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਸਭ ਤੋਂ ਹਾਈਐਸਟ ਜਿਹੜਾ ਅੱਗ ਲਾਉਣ ਦੇ ਮਾਮਲੇ ਨੇ ਉਹ ਪੰਜਾਬ ਦੇ ਤਰਨਤਾਰਨ ਦੇ ਵਿੱਚ ਸਾਹਮਣੇ ਆਏ ਨੇ, ਜਦਕਿ ਫਰੀਦਕੋਟ ਦੇ ਵਿੱਚ ਮਹਿਜ ਇੱਕ ਮਾਮਲਾ ਸਾਹਮਣੇ ਆਇਆ। ਪਰ ਲੇਕਿਨ ਜਿਹੜੀ ਮਾਲਵਾ ਪੱਟੀ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਝੋਨੇ ਦੀ ਜਿਹੜੀ ਖੇਤੀ ਹੁੰਦੀ ਹੈ, ਪਰ ਲੇਕਿਨ ਮੌਸਮ ਦੇ ਵਿੱਚ ਬਦਲਾਅ ਕਾਫੀ ਆਇਆ ਸੀ। ਬਾਰਿਸ਼ ਹੋਣ ਦੇ ਚੱਲਦੇ ਜਿਹੜੀ ਕਟਾਈ ਆ ਉਹ ਥੋੜੀ ਦੇਰੀ ਦੇ ਨਾਲ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ ਕਿਉਂਕਿ ਇੱਥੇ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅਗਰ ਉਹਨਾਂ ਦੇ ਖੇਤਾਂ ਦੇ ਵਿੱਚੋਂ ਸਰਕਾਰ ਪ੍ਰਸ਼ਾਸਨ 6 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀ ਪਰਾਲੀ ਦਾ ਕੋਈ ਹੱਲ ਕਰੇਗੀ ਤਾਂ ਠੀਕ ਹੈ, ਨਹੀਂ ਤਾਂ ਆਪਣੇ ਖੇਤਾਂ ਦੇ ਵਿੱਚ ਉਹ ਅੱਗ ਦੀ ਤੀਲੀ ਲਾ ਕੇ ਇਸ ਨੂੰ ਜਲਾ ਦੇਣਗੇ। ਸਾਡੇ ਨਾਲ ਕਿਸਾਨ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਕੀ ਮਜਬੂਰੀ ਹੈ ਕਿ ਪਿਛਲੇ ਸਾਲ ਵੀ ਪਰਾਲੀ ਜਲੀ, ਇਸ ਵਾਰ ਵੀ ਜਲ ਰਹੀ ਹੈ, ਜਦਕਿ ਪਿਛਲੇ ਸਾਲ ਸਰਕਾਰਾਂ ਦਾਅਵੇ ਕਰ ਰਹੀਆਂ ਸੀ ਕਿ ਅਸੀਂ ਕਿਸਾਨ ਨੂੰ ਹਰ ਉਹ ਸਹੂਲਤ ਦੇ ਰਹੇ ਹਾਂ, ਹਰ ਉਹ ਸਬਸਿਡੀ ਦੇ ਰਹੇ ਹਾਂ ਜਿਸ ਦੇ ਨਾਲ ਪਰਾਲੀ ਖੇਤਾਂ ਵਿੱਚ ਨਸ਼ਟ ਕੀਤੀ ਜਾ ਸਕਦੀ ਹੈ। ਅਗਰ ਨਸ਼ਟ ਕੀਤੀ ਜਾ ਸਕਦੀ ਹੈ ਫਿਰ ਅੱਗ ਕਿਉਂ? ਸਾਰੇ ਦਾਅਵੇ ਸਰਕਾਰਾਂ ਦੇ ਫੋਕੇ ਨੇ, ਉਹ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ, ਕਿਉਂਕਿ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇਹ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ। ਅਸੀਂ ਸਰਕਾਰ ਤੋਂ ਮੰਗ ਕੀਤੀ ਹੋਈ ਆ ਵੀ 200 ਰੁਪਏ ਪ੍ਰਤੀ ਕੁਆਂਟਲ ਜਿਹੜਾ 6000 ਰੁਪਇਆ 1 ਏਕੜ ਦਾ ਬਣਦਾ ਵੀ ਉਹ ਸਰਕਾਰ ਕਿਸਾਨਾਂ ਨੂੰ ਮੁਹੱਈਆ ਕਰਾਵੇ। ਇਹਦਾ ਅਸੀਂ ਆਪ ਹੱਲ ਕਰ ਲਾਂਗੇ, ਝੋਨੇ ਦੀ ਪਰਾਲੀ ਨੂੰ ਖੇਤ ਚੋਂ ਬਾਹਰ ਕਰ ਲਾਂਗੇ। ਨਹੀਂ ਅਸੀਂ 7 8 10 ਦਿਨ ਸਰਕਾਰ ਨੂੰ ਦਿੰਨੇ ਵੀ ਸਾਡੇ ਖੇਤਾਂ ਚੋਂ ਝੋਨੇ ਦੀ ਪਰਾਲੀ ਨੂੰ ਲੈ ਜਾਓ ਚੱਕ ਕੇ, ਅਸੀਂ ਤਾਂ ਕੋਈ ਰੁਪਈਆ ਨਹੀਂ ਲੈਣਾ। ਪਰ ਸਰਕਾਰ ਝੂਠੇ ਬੋਰਡ ਲਾ ਕੇ ਹੋਰਡਿੰਗ ਬੋਰਡ ਲਾਏ ਨੇ ਅਨਾਜ ਮੰਡੀਆਂ ਦੇ ਵਿੱਚ, ਜਿਸ ਦੇ ਉੱਪਰ 11 ਕਰੋੜ ਰੁਪਈਆ ਖਰਚ ਕਰਕੇ ਬੋਰਡਾਂ ਤੇ ਕੀਤਾ ਗਾ। ਪਹਿਲੀਆਂ ਸਰਕਾਰਾਂ ਨੇ ਵੀ, ਹੋਣ ਵਾਲੀਆਂ ਸਰਕਾਰਾਂ ਦੇ ਵੀ ਖਾਲੀ ਝੂਠੇ ਬੋਰਡ ਲੱਗੇ ਹੋਏ ਨੇ ਵੀ ਪਰਾਲੀ ਨਾ ਜਲਾਓ, ਪਰਾਲੀ ਜਲਾਉਣ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਬਸਿਡੀਆਂ ਦੇ। ਕਿਸ ਧੂਏ ਦੇ ਨਾਲ ਨੁਕਸਾਨ ਹੁੰਦਾ, ਵਾਤਾਵਰਨ ਦਾ ਨੁਕਸਾਨ ਹੁੰਦਾ, ਫਿਰ ਕਿਸਾਨ ਇੰਨੇ ਸਮੇਂ 'ਚ ਕਿਉਂ ਨਹੀਂ ਸੰਭਲਿਆ? ਕਰੋੜਾਂ ਰੁਪਏ ਦੇ ਜੁਰਮਾਨੇ ਪਿਛਲੇ ਸਾਲ ਵੀ ਕਰਿਆ, ਮਾਮਲੇ ਵੀ ਦਰਜ ਕੀਤੇ, ਕਿਸਾਨਾਂ ਤੇ FIRਾਂ ਵੀ ਦਰਜ ਹੋਈਆਂ। ਜਿਹੜਾ ਖੇਤ ਦੇ ਵਿੱਚ ਝੋਨੇ ਦੀ ਰਹਿੰਦ ਖੁੰਦ ਨੂੰ ਅਸੀਂ ਪਰਾਲੀ ਨੂੰ ਅੱਗ ਲਾਉਣੇ ਆਗੇ, ਜਿਹੜਾ ਉਹਦੇ ਨਾਲ ਪ੍ਰਦੂਸ਼ਣ ਹੁੰਦਾ ਉਹ ਸਿਰਫ ਇਹ ਆਪਣੇ ਖੇਤੀਬਾੜੀ ਮਾਹਰ ਦੱਸਦੇ ਨੇ ਵੀ 8-10% ਹੁੰਦਾ। ਹੋਰ ਜਿਹੜੀਆਂ ਇੰਡਸਟਰੀਆਂ ਨੇ, ਫੈਕਟਰੀਆਂ ਨੇ, ਉਹਨਾਂ ਵਿੱਚੋਂ ਬਹੁਤ ਜ਼ਿਆਦਾ ਪ੍ਰਦੂਸ਼ਣ ਜਿਹੜਾ ਹੁੰਦਾ ਗਾ ਉਹ 'ਤੇ ਸਰਕਾਰ ਕੋਈ ਗੌਰ ਨਹੀਂ ਕਰ ਰਹੀ। ਪਰ ਜਦੋਂ ਕਿਸਾਨਾਂ ਕੋਲ ਕੋਈ ਬਦਲਵਾਂ ਸਾਧਨ ਹੀ ਨਹੀਂ, ਕੋਈ ਬਦਲਵਾਂ ਰੂਪ ਹੈ ਨਹੀਂ ਗਾ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਸਿਵਾ, ਕਿਉਂਕਿ ਜਿਹੜੀਆਂ ਸਬਸਿਡੀਆਂ ਸਰਕਾਰ ਕਹਿੰਦੀ ਅਸੀਂ ਇੱਥੇ ਮਸ਼ੀਨਰੀਆਂ ਤੇ ਸਬਸਿਡੀਆਂ ਮੁਹੱਈਆ ਕਰਾਉਣੇ ਆ, ਉਹ ਸਭ ਸਬਸਿਡੀਆਂ ਇਹਨਾਂ ਦੇ ਲੀਡਰ ਲੋਕ ਖਾ ਜਾਂਦੇ ਆ, ਕਿਸਾਨਾਂ ਤੱਕ ਕੁਝ ਨਹੀਂ ਪਹੁੰਚਦਾ। ਉਹ ਉੱਪਰੋਂ 1 ਲੱਖ ਰੁਪਈਆ ਭੇਜਦੇ ਆ ਸਬਸਿਡੀ ਦਾ, ਤਾਂ ਥੱਲੇ ਤੱਕ ਪਹੁੰਚਦਾ ਕਿਸਾਨ ਤੱਕ ਪਹੁੰਚਦਾ ਉਹ 1000 ਹੀ ਰਹਿ ਜਾਂਦਾ। ਇਸ ਕਰਕੇ ਕਿਸਾਨ ਮਜਬੂਰੀ ਦਾ ਮਾਰਿਆ ਹੋਇਆ। ਜੇ ਉਹ ਮਸ਼ੀਨਰੀ ਕੋਈ ਲੈਂਦੇ ਆ ਹੈਪੀ ਸੀਡਰ, ਸੁਪਰ ਸੀਡਰ, ਉਹਨੂੰ ਖਿੱਚਣ ਵਾਸਤੇ 55 ਹਾਰਸ ਪਾਵਰ ਦੇ ਟਰੈਕਟਰ ਚਾਹੀਦੇ ਨੇ, ਜਿਨ੍ਹਾਂ ਦਾ ਕੀਮਤ 8-7 ਲੱਖ ਰੁਪਈਆ ਗੀ, ਉਹ ਛੋਟੇ ਕਿਸਾਨ ਨਹੀਂ ਲਾ ਸਕਦੇ। ਇਸ ਕਰਕੇ ਮਜਬੂਰੀ ਆ ਅਸੀਂ ਨਹੀਂ ਚਾਹੁੰਦੇ ਕਿਸੇ ਤੇ ਵੀ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਵੇ। ਬਿਲਕੁਲ, ਕਿਉਂਕਿ ਕਿਸਾਨ ਆਪਣਾ ਤਰਕ ਦੱਸ ਰਹੇ ਨੇ ਕਿ ਉਹਨਾਂ ਦੀ ਮਜਬੂਰੀ ਆ। ਪਰ ਸਰ, ਕਿਸ ਤਰ੍ਹਾਂ ਦੀ ਮਜਬੂਰੀ ਆ ਕਿ ਸਰੇਆਮ ਜਦੋਂ ਕਹਿ ਕੇ ਜਦੋਂ ਸਰਕਾਰਾਂ ਕਰੋੜਾਂ ਰੁਪਏ ਦੇ ਫਾਈਨ ਦਿੱਤੇ ਜਾ ਰਹੇ ਨੇ ਫਿਰ ਵੀ ਤੁਸੀਂ ਖੇਤਾਂ ਵਿੱਚ ਅੱਗ ਲਗਾ ਰਹੇ ਹੋਗੇ, ਪਰ ਇਹ 'ਚ ਕਿੰਨੀ ਕੁ ਸੱਚਾਈ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਇਸ ਤਾਂ ਵੱਡੇ ਪੱਧਰ ਦੇ ਉੱਪਰ ਕਿਸਾਨ ਨੂੰ ਸਬਸਿਡੀਆਂ ਦੇ ਰਹੇ ਹਾਂ, ਮਹਿੰਗੇ ਮਸ਼ੀਨਰੀਆਂ, ਹੈਪੀ ਸੀਡਰ ਜਾਂ ਫਿਰ ਜਿਹੜੇ ਮਲਚਰ ਵਗੈਰਾ ਜਿਨ੍ਹਾਂ ਦੇ ਨਾਲ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕੀਤਾ ਜਾ ਸਕਦਾ? ਪਹਿਲੀ ਗੱਲ ਤਾਂ ਜੀ ਇਹ ਹੈ ਵੀ ਜੇ ਸਰਕਾਰ ਕਹੂਗੀ ਅਸੀਂ ਜੁਰਮਾਨੇ ਲਾ ਕੇ ਇਹ ਜਿਹੜਾ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣੀ ਹੈ ਬੰਦ ਕਰ ਦੂਗੀ, ਨਹੀਂ ਹੁੰਦਾ। ਕਿਉਂਕਿ ਜਦੋਂ ਤੱਕ ਸਰਕਾਰ
ਜ਼ਮੀਨੀ ਪੱਧਰ ਤੇ ਆ ਕੇ ਕਿਸਾਨ ਨਾਲ ਗੱਲਬਾਤ ਨਹੀਂ ਕਰਦੀ, ਉਹਦੀ ਮੁਸ਼ਕਲ ਨਹੀਂ ਸੁਣਦੀ, ਉਹਨਾਂ ਤੇ ਕਿਹਦਾ ਹੱਲ ਨਹੀਂ ਹੋਣਾ। ਕਿਉਂਕਿ ਪਿਛਲੇ ਸਾਲ ਅਸੀਂ ਪਹਿਲਾਂ ਮੈਂ ਦੱਸਿਆ ਵੀ ਝੋਨੇ ਦੇ ਪਰਾਲ 'ਚ ਜਿਹੜੀ ਹੈਪੀ ਸੀਡਰ ਨਾਲ ਕਣਕ ਦੀ ਬੁਆਈ ਕੀਤੀ ਸੀ, ਉਹਨੂੰ ਸੈਨਿਕ ਸੁੰਡੀ ਤਰ੍ਹਾਂ ਦੀ ਇੱਕ ਸੁੰਡੀ ਪੈ ਗਈ। ਅਸੀਂ ਇੱਥੋਂ ਦੇ ਮਾਹਰਾਂ ਕੋਲੇ ਗਏ, ਮਹਿਕਮੇ ਕੋਲੇ ਗਏ, ਉਹ ਕਹਿੰਦੇ ਜੀ ਇਹ ਤੇ ਆਹ ਸਪਰੇਅ ਕਰ ਦਿਓ ਫੇਮ ਦੀ। ਤੇ ਜਦੋਂ ਅਸੀਂ ਫੇਮ ਦੀ ਸਪਰੇਅ ਕਿਹਾ ਵੀ ਇਹ ਮਹਿਕਮੇ ਵੱਲੋਂ ਬੰਦ ਹੈ, ਜ਼ਹਿਰੀਲਾ ਤੱਤ ਹੈ, ਫਿਰ ਉਹ ਕਹਿੰਦੇ ਜੀ ਅਸੀਂ ਤਾਂ ਮੈਕ ਅੱਗੇ ਕੈਮਰੇ ਅੱਗੇ ਨਹੀਂ ਕਹਿ ਸਕਦੇ, ਤੁਸੀਂ ਸਾਡੇ ਬਾਅਦ 'ਚ ਕਰ ਦਿਓ। ਕਹਿਣ ਤੋਂ ਭਾਵ ਆ ਵੀ ਕਿ ਅਗਰ ਤੁਸੀਂ ਇਸ ਖੇਤ ਦੇ ਵਿੱਚ, ਇਸ ਪਰਾਲੀ ਦੇ ਵਿੱਚ ਜਿਹੜੀਆਂ ਮਸ਼ੀਨਰੀ ਦੀ ਗੱਲ ਸਰਕਾਰ ਕਹਿ ਰਹੀ ਹੈ ਜਾਂ ਪ੍ਰਸ਼ਾਸਨ ਕਹਿ ਰਿਹਾ, ਉਸ ਦੇ ਨਾਲ ਬਿਜਾਈ ਕਰਦੇ ਹੋ ਕਣਕ ਦੀ, ਤਾਂ ਉਹਨੂੰ ਉਹਦੇ ਸੁੰਡੀ ਦਾ ਹਮਲਾ ਹੁੰਦਾ, ਨੁਕਸਾਨ ਹੁੰਦਾ। ਅਸੀਂ ਬਿਲਕੁਲ ਕਹਿੰਦੇ ਆ ਜੀ, ਜੇ ਹਮਲਾ ਹੁੰਦਾ ਅਸੀਂ ਬੀਜਣ ਨੂੰ ਤਿਆਰ ਹਾਂ। ਮਹਿਕਮੇ ਵਾਲੇ ਸਾਡੀ ਜ਼ਿੰਮੇਵਾਰੀ ਲੈਣ, ਇੱਥੋਂ ਦੀ ਗਵਰਨਮੈਂਟ ਆ ਕੇ ਜ਼ਿੰਮੇਵਾਰੀ ਵੀ ਤੁਸੀਂ ਕਣਕ ਬੀਜੋ, ਅਸੀਂ ਜ਼ਿੰਮੇਵਾਰੀ ਚੱਕਦੇ। ਜੇ ਇਹਨੂੰ ਕੋਈ ਨੁਕਸਾਨ ਹੁੰਦਾ ਤਾਂ ਗਵਰਨਮੈਂਟ ਉਹਦਾ ਮੁਆਵਜ਼ਾ ਦੇਊਗੀ। ਪਰ ਹੁਣ ਜੇ ਫਿਰ ਜਿਵੇਂ ਅੱਗ ਲਾਈ ਆ, ਜੇ ਖੇਤਾਂ ਦੇ ਵਿੱਚ ਪ੍ਰਸ਼ਾਸਨ ਆਉਂਦਾ, ਪੁਲਿਸ ਆਉਂਦੀ ਹੈ, ਫਿਰ ਕਿਸ ਤਰ੍ਹਾਂ ਦਾ ਰਹਿੰਦਾ ਹੈਗਾ ਉਹਨਾਂ ਦੇ ਨਾਲ? ਜੇ ਆਉਂਦਾ ਜੀ ਆਉਣ ਦੇ, ਉਹਨਾਂ ਦੀ ਸਰਕਾਰ ਦੀ ਜਿਹੜੀ ਕਾਰਵਾਈ ਹੈ ਉਹ ਕਰਨ, ਜਿਹੜਾ ਸਾਤੋਂ ਬਣ ਹੋਊ ਅਸੀਂ ਕਰਾਂਗੇ, ਕਿਉਂਕਿ ਸਾਡੀ ਮਜਬੂਰੀ ਹੈ। ਪਹਿਲੀ ਗੱਲ ਤਾਂ ਸਰਕਾਰਾਂ ਨੇ ਕਿਸਾਨ ਨੂੰ ਇਸ ਤਰ੍ਹਾਂ ਪ੍ਰਚਾਰਤਾ ਜਿਵੇਂ ਉਹ ਵਾਤਾਵਰਣ ਦਾ ਦੁਸ਼ਮਣ ਹੁੰਦਾ ਹੈ। ਕਿਉਂਕਿ ਮੈਂ ਪੁੱਛਣਾ ਚਾਹੁੰਦਾ ਸਰਕਾਰ ਤੋਂ ਵੀ ਜਿਹੜਾ ਇਹ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ, ਗਵਰਨਮੈਂਟ ਤੱਕ ਤਾਂ ਜਾਂ ਸ਼ਹਿਰਾਂ ਤੱਕ ਤਾਂ ਇਹਦਾ ਪ੍ਰਦੂਸ਼ਣ ਬਾਅਦ 'ਚ ਜਾਂਦਾ। ਪਹਿਲਾਂ ਜਿਹੜੇ ਸਾਡੇ ਬੱਚੇ 2-5 ਸਾਲ ਦੇ ਨੇ, ਆ ਸਾਡਾ ਖੇਤ 'ਚ ਘਰ ਹੈ, ਪ੍ਰਦੂਸ਼ਣ ਇਹ ਸਾਡੇ ਜਿਹੜੇ ਵਿਅਕਤੀਆਂ ਨੂੰ ਤੰਗ ਕਰਦਾ ਹੈ, ਉਸ ਤੋਂ ਬਾਅਦ ਇਹ ਸ਼ਹਿਰ 'ਚ ਜਾਂਦਾ ਹੈ। ਪਰ ਇਹ ਸਾਡੀ ਮਜਬੂਰੀ ਹੈ, ਇਸ ਕਰਕੇ ਅਸੀਂ ਗਵਰਨਮੈਂਟ ਨੂੰ ਪਹਿਲਾਂ ਵੀ ਜੋ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧਦਾ, ਤਾਂ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਪੰਜਾਬ ਨੂੰ ਠਹਿਰਾਇਆ ਜਾਂਦਾ। ਮੰਨਦੇ ਹੋ ਕਿ ਇਹ ਧੂੰਆਂ ਪੰਜਾਬ ਤੱਕ ਜਾਂਦਾ? ਨਹੀਂ ਜੀ, ਇਹ ਬਿਲਕੁਲ ਝੂਠ ਹੈ। ਕਿਉਂਕਿ ਦਿੱਲੀ 'ਚ ਨੇੜੇ ਬਹਾਦਰਗੜ੍ਹ ਹੈ ਜਿਹੜਾ, ਉੱਥੇ ਫੈਕਟਰੀਆਂ ਬਹੁਤ ਨੇ। ਤੁਸੀਂ ਰਿਪੋਰਟ ਪੜ੍ਹੀ ਹੋਊਗੀ, ਜਿਹੜਾ ਟੋਟਲ ਪੋਲੂਸ਼ਨ ਹੈ ਉਹ 'ਚ 51% ਤਾਂ ਉਦਯੋਗ ਕਰਦੇ ਨੇ, 25% ਮੋਟਰ ਵਾਹਨ ਕਰਦੇ ਨੇ। ਜਿਹੜਾ ਕਿਸਾਨੀ ਦਾ ਪ੍ਰਦੂਸ਼ਣ ਹੈ, ਕਹਿਣ ਫਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਦੂਸ਼ਣ ਹੈ, ਉਹ ਵੀ 8%, ਉਹ ਸਿਰਫ 10 ਦਿਨਾਂ 'ਚ ਹੁੰਦਾ ਹੈ। ਇਹ ਗਵਰਨਮੈਂਟ ਜਿਵੇਂ ਕਿਸਾਨੀ ਨੂੰ ਤਾਂ ਬੁਰੇ ਦੇ ਬਾਰ 'ਚ ਬੰਨ੍ਹਤਾ, ਜੇ ਧਰਤੀ ਦਾ ਪਾਣੀ ਨੀਚੇ ਵਗ ਗਿਆ ਉਹ ਵੀ ਕਿਸਾਨਾਂ ਨੇ, ਵਾਤਾਵਰਨ ਪ੍ਰਦੂਸ਼ਣ ਹੋ ਗਿਆ ਉਹ ਵੀ ਕਿਸਾਨਾਂ ਨੇ ਕਰਤਾ। ਕਿਉਂਕਿ ਸਰਕਾਰ ਹੈ ਜਿਹੜੀ, ਇਹ ਬਹੁ ਕੌਮੀ ਕੰਪਨੀਆਂ ਨਾਲ ਮਿਲ ਕੇ ਕਿਸਾਨ ਨੂੰ ਜ਼ਮੀਨ ਤੋਂ ਬਾਹਰ ਕਰਨਾ ਚਾਹੁੰਦੀ ਹੈ। ਇਸ ਕਰਕੇ ਗਵਰਨਮੈਂਟ ਜਿਹੜਾ ਕੁਝ ਵੀ ਹੁੰਦਾ ਉਹਦਾ ਠੀਕਰਾ ਕਿਸਾਨ ਦੇ ਸਿਰ ਪਾਉਂਦੀ ਹੈ। ਬਿਲਕੁਲ, ਕਿਉਂਕਿ ਕਿਸਾਨ ਨੇ ਜਿਹੜੇ ਉਹ ਤਰਕ ਹੀ ਦੇ ਰਹੇ ਨੇ ਕਿ ਨਾ ਤਾਂ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ, ਚਾਹੇ ਸੈਂਟਰ ਸਰਕਾਰ ਹੈ, ਚਾਹੇ ਲੋਕਲ ਸਰਕਾਰ ਹੈ, ਪੰਜਾਬ ਸਰਕਾਰ, ਉਹਨਾਂ ਵੱਲੋਂ ਉਹਨਾਂ ਨੂੰ ਕੋਈ ਬਦਲ ਨਹੀਂ ਦਿੱਤਾ ਗਿਆ, ਤੇ ਨਾ ਹੀ ਜਿਹੜਾ ਇਸ ਪਰਾਲੀ ਦਾ ਕੋਈ ਹੱਲ ਦਿੱਤਾ ਗਿਆ। ਸਿਰਫ ਜਿਹੜੀ ਮਸ਼ੀਨਰੀ ਆ ਉਹ ਇੰਨਾ ਜ਼ਿਆਦਾ ਮਹਿੰਗੀ ਆ ਕਿ ਜੇ 20-20, 25-25 ਲੱਖ ਰੁਪਏ ਦੀ ਮਸ਼ੀਨਰੀ ਲੈ ਕੇ ਫਿਰ ਇਸ ਪਰਾਲੀ ਦੇ ਬਾਰੇ ਕੋਈ ਸੋਚਿਆ ਜਾ ਸਕਦਾ। ਪਰ 80% ਤੱਕ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਛੋਟਾ ਕਿਸਾਨ ਹੈ, ਜਿਹਦੇ ਕੋਲ 1 ਏਕੜ 2 ਏਕੜ ਜਾਂ 2.5-3 ਏਕੜ ਜ਼ਮੀਨ ਹੈ, ਜਿਹੜਾ ਉਹ ਇੰਨੀ ਮਹਿੰਗੀ ਮਸ਼ੀਨਰੀ ਨਹੀਂ ਖਰੀਦ ਸਕਦਾ, ਕਿਉਂਕਿ ਜਿਸ ਦੀ ਆਮਦਨ ਹੀ ਜਿਹੜੀ ਸਾਲ ਦੀ ਹੈ ਕਹਿ ਸਕਦੇ ਹਾਂ ਉਹ ਲੱਖ ਤੋਂ ਲੈ ਕੇ 2 ਲੱਖ ਰੁਪਏ ਦੇ ਵਿੱਚ ਹੈ। ਤਾਂ ਇਸੇ ਨੂੰ ਉਹ ਤਰਕ ਬਣਾ ਕੇ ਮਜਬੂਰੀ ਬਸ ਦੱਸ ਰਿਹਾ ਕਿ ਜਿਹੜਾ ਅੱਗ ਲਾ ਰਿਹਾ। ਪਰ ਕਿਸਾਨ ਦਾ ਇਹ ਤਰਕ ਵੀ ਕਿਤੇ ਨਾ ਕਿਤੇ ਜਿਹੜਾ ਉਹ ਆਪਣੇ ਤਰਕ ਨੂੰ ਸਹੀ ਠਹਿਰਾਉਂਦੇ ਨੇ ਕਿ ਸਾਡੇ ਪ੍ਰਦੂਸ਼ਣ, ਜਿਹੜੀ ਸਾਡੀ ਅੱਗ ਨਾਲ ਸਿਰਫ 8% ਪ੍ਰਦੂਸ਼ਣ ਹੁੰਦਾ, ਬਾਕੀ ਪ੍ਰਦੂਸ਼ਣ ਆਮ ਫੈਕਟਰੀਆਂ ਜਾਂ ਹੋਰ ਜਿਹੜੇ ਧੂਏ ਤੋਂ ਜਿਹੜਾ ਹੁੰਦਾ। ਅਗਰ ਹੁਣ ਇਸ ਸਮੇਂ ਪ੍ਰਸ਼ਾਸਨ ਕਹਿ ਰਿਹਾ ਕਿ ਅਗਰ ਕੋਈ ਕਿਸਾਨ ਅੱਗ ਲਗਾਏਗਾ ਤਾਂ ਉਸਦੇ ਖਿਲਾਫ ਮਾਮਲੇ ਦਰਜ ਕੀਤੇ ਜਾਣਗੇ, ਤਾਂ ਭਾਰੀ ਭਰਕਮ ਜੁਰਮਾਨੇ ਕੀਤੇ ਜਾਣਗੇ। ਪਰ ਲੇਕਿਨ ਪਿਛਲੀ ਵਾਰ ਵੀ ਜਦੋਂ ਵੱਡੇ ਪੱਧਰ ਦੇ ਉੱਪਰ ਅੱਗ ਲੱਗੀ ਸੀ ਤਾਂ ਕਰੋੜਾਂ ਰੁਪਏ ਦੇ ਜੁਰਮਾਨੇ ਸੀ ਜਿਹੜੇ ਉਹ ਕੀਤੇ ਗਏ ਸੀ। ਪਰ ਲੇਕਿਨ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਪਰ ਨੇ, ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਗਰ ਕਿਸੇ ਕਿਸਾਨ ਦੇ ਉੱਪਰ ਕੋਈ ਪਰਚਾ ਹੁੰਦਾ ਤਾਂ ਥਾਣਾ ਘੇਰਿਆ ਜਾਏਗਾ, ਪ੍ਰਸ਼ਾਸਨ ਦੇ ਅਧਿਕਾਰੀ ਘੇਰੇ ਜਾਣਗੇ। ਅਗਰ ਕੋਈ ਅਧਿਕਾਰੀ ਖੇਤਾਂ ਦੇ ਵਿੱਚ ਆ ਕੇ ਉਹਨਾਂ ਨੂੰ ਪਰਾਲੀ ਤੋਂ ਅੱਗ ਲਾਉਣ ਲਈ ਰੋਕਿਆ ਜਾਏਗਾ ਤਾਂ ਉਹਦਾ ਖੇਤਾਂ ਦੇ ਵਿੱਚ ਹੀ ਘਿਰਾਓ ਕੀਤਾ ਜਾਏਗਾ, ਕਿਉਂਕਿ ਹੱਲ ਕਿਸਾਨ ਨੇ ਨਹੀਂ ਸਰਕਾਰ ਨੇ ਕਰਨਾ। ਸਰਕਾਰ ਜਿਹੜਾ ਉਹਦਾ ਹੱਲ ਨਹੀਂ ਕਰ ਰਹੀ। ਬਲਵੰਤ ਸਿੰਘ ਵਿੱਕੀ, ਪੰਜਾਬ ਤੱਕ, ਸੰਗਰੂਰ।